ਰੋਜ਼ਾਨਾ ਲੋਕਨਾਟ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਵਾਂ ਸੱਚ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਲਖਵਿੰਦਰ ਸਿੰਘ ਮਾਨ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਰਾਜਨੀਤੀ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਉਸ ਚਰਚਿਤ ਮਾਮਲੇ ਦੀ ਜਿਸ ਮਾਮਲੇ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਕਤਲकांड ਦੀ। ਆਖਰ ਸਿੱਧੂ ਮੂਸੇਵਾਲੇ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? कि सचमुच सिद्धू मूसेवाला गैंगस्टरवाद का कारण होया, गैंगस्टरवाद के कारण बली चढ़ी है दी या फिर गंदली राजनीति का शिकार हुए ने? इस बारे गलबात करांगे। नाल ही नाल गलबात करांगे सिक्योरिटी रिव्यू नूं लैके जिन्हां अधिकारियों के वल्लों सिक्योरिटी रिव्यू की गई सी कि उन्हां दे उपर भी सरकार के वल्लों किसी तरह की कोई कार्रवाई की जाएगी, जेकर करी जाएगी तो किस तरह की कार्रवाई करी जाएगी। नाल ही नाल गलबात करांगे गैंगस्टरवाद की। आखिर ये गैंगस्टरवाद कदों ते किवें खत्म होएगा? किहड़े वड्डे उपराले ने जो सरकार नूं करने पैणगे इस गैंगस्टरवाद नूं खत्म करने लई? उस बारे भी गलबात करांगे। ते गलबात करने लई मेरे नाल जुड़े हुए ने अज सियासी माहर के तौर पर प्रोफैसर जगरूप सिंह सेखो साहब। सब तो पहला स्वागत करते हैं। सेखो साहब स्वागत है जी प्रोग्राम दे विच। थैंक यू जी। सो सेखो साहब बड़ी मंदभागी घटना परसों वापरी सी जिथे कि पंजाब का एक होनहार कलाकार सदा लई लोगों तो विछड़ गया। सो अज अंतिम संस्कार भी उन्होंने कर दिता गया, लेकिन अपनी मौत के पिछे बड़े सवाल छड्ड के चला गया इस फानी संसार तो कि उन्हों की मौत का आखिर जिम्मेवार कौन है? कि ये गैंगस्टरवाद की भेट चढ़े ने या फिर गंदली राजनीति का शिकार हुए ने? किवें देख रहे हो पूरे मामले में? मैनूं लगदा है कि दोनों चीज़ां जिहड़ियां हैगीआं वा इहदे विच जिम्मेवार आ काफ़ी हद तक। ਜਿਹੜਾ ਗੈਂਗਸਟਰਿਜ਼ਮ ਹੁੰਦਾ ਜਿੱਦਾਂ ਭਾਰਤ ਇੱਕ ਵਰਡ ਜਿਹੜਾ ਗੈਂਗਸਟਰ ਦਾ ਪਹਿਲੀ ਵਾਰੀ ਇੱਕ ਹੈਨਰੀ ਲਵਾਈਸ ਵਰਡ ਸੀਗਾ ਅਮਰੀਕਨ ਸਕਾਲਰ ਉਹਨੇ ਯੂਜ਼ ਕੀਤਾ ਸੀਗਾ 1906 ਦੇ ਵਿੱਚ ਆਪਣੀ ਕਿਤਾਬ ਦੇ ਵਿੱਚ ਕਨਫੈਸ਼ਨਸ ਆਫ ਅ ਡਿਟੈਕਟਿਵ। ਤੇ ਉਹ ਇਹ ਜਿਸ ਤਰੀਕੇ ਨਾਲ ਅਸੀਂ ਅੱਜ ਕੱਲ੍ਹ ਗੈਂਗਸਟਰ ਨੂੰ ਲੈ ਰਿਹਾ ਸੀਗਾ ਉਹ ਇਹਦੀਆਂ ਬਹੁਤ ਸਾਰੀਆਂ ਵੱਖਰੀਆਂ ਇਹਦੀਆਂ ਜਿਹੜੀਆਂ ਹੈਗੀਆਂ ਸ਼ੇਪਸ ਹੈਗੀਆਂ ਵਾ, ਪਰ ਜਿਸ ਤਰੀਕੇ ਦਾ ਗੈਂਗਸਟਰ ਅੱਜ ਸਾਡੇ ਸਾਹਮਣੇ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇੱਕ ਬਹੁਤ ਹੀ ਸਾਡੇ ਹੋਣਹਾਰ ਪੰਜਾਬੀ ਜਿਹੜਾ ਸੀਗਾ ਜਿਹਨੇ ਪੰਜਾਬ ਦਾ ਨਾਂ ਜਿਹੜਾ ਸੀ ਸਾਰੀ ਦੁਨੀਆ 'ਚ ਰੋਸ਼ਨ ਕੀਤਾ ਸੀ ਉਹ ਉਹਦਾ ਸ਼ਿਕਾਰ ਹੋ ਗਿਆ। ਤੋ ਇਹ ਕਹਾਣੀ ਤਾਂ ਬਹੁਤ ਲੰਬੀ ਆ ਜੀ। ਖਾਸ ਕਰਕੇ ਇਹ ਇੱਕ ਜਿਹੜਾ ਪੋਲੀਟੀਕਲ ਰੈਂਕ ਸੀਗਾ ਜਦੋਂ ਜਿਹੜਾ ਹੈਗਾ ਹੈਨਰੀ ਲਵੇਸ ਗੱਲ ਕਰਦਾ ਵੀ ਕਿੱਥੋਂ ਸ਼ੁਰੂ ਹੁੰਦਾ ਵਾ ਕਿ ਉਹ ਵੀ ਕਹਿੰਦਾ ਕਿ ਇਹ ਪੋਲੀਟੀਕਲ ਜਿਹੜੀ ਹੈਗੀ ਆ ਵਰਤਾਰੇ ਤੋਂ ਸ਼ੁਰੂ ਹੋਇਆ ਕਿ ਇੱਕ ਉਹ ਜਿਹੜਾ ਖਾਸ ਕਰਕੇ ਉਹਨੂੰ ਪੋਲੀਟੀਕਲ ਰੈਂਕ ਕਹਿੰਦਾ ਕਿ ਜਿਨ੍ਹਾਂ ਕੋਲ ਤਾਕਤ ਆ ਜਾਂਦੀ ਆ ਉਹ ਤਾਕਤ ਛੱਡਦੇ ਨਹੀਂ ਹੈ। ਤਾਂ ਤਾਕਤ ਨੂੰ ਛਡਾਉਣ ਵਾਸਤੇ ਜਾਂ ਨਵੇਂ ਲੋਕਾਂ ਨੂੰ ਤਾਕਤ ਦੇ ਵਿੱਚ ਲਿਆਉਣ ਵਾਸਤੇ ਜਾਂ ਉਹਨਾਂ ਦੇ ਜਿਹੜੇ ਪਹਿਲੇ ਜਿਹਨਾਂ ਕੋਲ ਤਾਕਤ ਹੈ ਉਹ ਗਲਬੇ ਤੋਂ ਜਿਹੜਾ ਹੈਗਾ ਉਹਨਾਂ ਨੂੰ ਲਾਂਭੇ ਕਰਨ ਵਾਸਤੇ ਜਿਹੜਾ ਇੱਕ ਆਲਟਰਨੇਟਿਵ ਜਿਹੜਾ ਤਰੀਕਾ ਦਿੱਤਾ ਜਾਂਦਾ ਜਿਨ੍ਹਾਂ ਲੋਕਾਂ ਦੁਆਰਾ ਉਹਨਾਂ ਨੂੰ ਆਮ ਤੌਰ 'ਤੇ ਵਰਡ ਗੈਂਗਸਟਰ ਜਿਹੜਾ ਸੀਗਾ ਉਹਨੇ ਯੂਜ਼ ਕੀਤਾ। ਕਹਿਣ ਤੋਂ ਭਾਵ ਹੈਗਾ ਕਿ ਉਸ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਜਿੱਦਾਂ ਇਹ ਉਹ ਇੱਕ ਵਿਅਕਤੀ ਹੈ ਉਹ ਇੱਕ ਗਰੁੱਪ ਹੈ ਕਿ ਜਿਹੜੀ ਸਥਾਪਤੀ ਜਿਹੜੀ ਹੈਗੀ ਆ ਖਾਸ ਕਰਕੇ ਜਿਹੜੀ ਰਾਜਨੀਤਿਕ ਸਥਾਪਤੀ ਹੈਗੀ ਆ ਕਿ ਜਿਹਦੇ ਵਿੱਚ ਜਿਨ੍ਹਾਂ ਲੋਕਾਂ ਦਾ ਦਬਦਬਾ ਹੈ ਉਹ ਹੋਰ ਕਿਸੇ ਨੂੰ ਉੱਥੇ ਐਂਟਰ ਨਹੀਂ ਕਰਨ ਦਿੰਦੇ ਅਤੇ ਉਹਨਾਂ ਨੂੰ ਤੋੜਨ ਵਾਸਤੇ ਜਿਹੜੀ ਆ ਇਹ ਯਤਨ ਕਰਨ ਵਾਲਾ ਜਿਹੜਾ ਗਰੁੱਪ ਹੈਗਾ ਵਾ ਉਹਨੂੰ ਅਸੀਂ ਕਹਿੰਦੇ ਆ ਗੈਂਗਸਟਰ ਕਿਹਾ ਜਾਂਦਾ ਸੀ। ਹੌਲੀ ਹੌਲੀ ਨੇ ਬੜੇ ਵੱਖਰੇ ਸ਼ੇਪ ਲਏ ਉਹਦੇ ਵਿੱਚੋਂ ਆ ਕੇ ਔਰ ਫਿਰ ਅਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਗੈਂਗਸਟਰ ਵਰਡ ਸੀਗਾ ਜਦੋਂ ਅਸੀਂ ਅੱਜ ਤੋਂ 30-40 ਸਾਲ ਪਹਿਲੋਂ 80 ਦੇ ਵਿੱਚ ਸੁਣਦੇ ਸੀ ਵੱਡਿਆਂ ਸ਼ਹਿਰਾਂ 'ਚ ਬਹੁਤ ਹੁੰਦਾ, ਬੰਬੇ ਦੇ ਵਿੱਚ ਬਹੁਤ ਹੈਗਾ ਵਾ, ਕਈ ਲੋਕ ਇੱਦਾਂ ਨਾਂ ਹੈਗੇ ਸੀ ਪ੍ਰੋਮੀਨੈਂਟ ਨੇ ਜਿਹੜੇ ਸੀ ਉਹ ਗੈਂਗਸਟਰ ਸੀਗੇ ਜਿਹੜੇ ਖਾਸ ਕਰਕੇ ਦਾਊਦ ਦਾ ਨਾਂ ਵੀ ਉਹ 'ਚ ਲਿਆ ਜਾਂਦਾ ਸੀ, ਗਾਵਲੀ ਵੀ ਸੀ, ਹੋਰ ਕਈ ਲੋਕ ਇਸ ਕਿਸਮ ਦੇ ਸੀਗੇ। ਫਿਰ ਕਦੀ ਕਦਾਈ ਇਹ ਸੁਣੀਦਾ ਸੀਗਾ ਕਿ ਦਿੱਲੀ ਦੇ ਆਲੇ ਦੁਆਲੇ ਜਿਹੜੇ ਕੁਝ ਗੈਂਗ ਫਿਰਦੇ ਆ ਜਿਹੜੇ ਲੋਕਾਂ ਨੂੰ ਕਿਡਨੈਪ ਕਰਦੇ ਆ ਜਾਂ ਜਿਹੜੇ ਲੋਕਾਂ ਨੂੰ ਜਿਹੜਾ ਹੈਗਾ ਐਕਸਟੋਰਟ ਕਰਦੇ ਆ। ਅਤੇ ਇਸ ਤਰੀਕੇ ਦਾ ਇਹ ਵਰਤਾਰਾ ਹੌਲੀ ਹੌਲੀ ਪੰਜਾਬ ਦੇ ਵਿੱਚ ਬਹੁਤ ਲੇਟ ਆਇਆ ਵਾ। ਸੋ ਇਹ ਜਿਹੜੀ ਸਾਰੀ ਆਪਾਂ ਦੇਖਿਆ ਜਾਵੇ ਵੀ ਕਿੱਥੋਂ ਸ਼ੁਰੂ ਹੋਇਆ, ਮੈਨੂੰ ਲੱਗਦਾ ਵੀ ਜਿਹੜਾ ਇਹ ਸਾਰਾ ਸਫ਼ਰ ਹੈਗਾ ਵਾ ਗੈਂਗਸਟਰਿਜ਼ਮ ਦਾ ਇਹ ਪੋਲੀਟੀਕਲ ਗੈਂਗਸਟਰਿਜ਼ਮ ਤੋਂ ਜਿਹੜਾ ਖਾਸ ਕਰਕੇ ਹੁਣ ਪਿਓਰਲੀ ਜਿਹੜਾ ਜੇ ਕਿਹਾ ਜਾਵੇ ਕਿ ਕ੍ਰਿਮੀਨਲ ਗੈਂਗਸਟਰਿਜ਼ਮ ਹੈਗਾ, ਪਰ ਇਹਦੇ ਵਿੱਚ ਰਾਜਨੀਤੀ ਕਿਤੇ ਨਾ ਕਿਤੇ ਇਨਵੋਲਵਡ ਹੈਗੀ ਆ। ਇਹ ਨਹੀਂ ਆਪਾਂ ਰਾਜਨੀਤੀ ਨੂੰ ਵੱਖਰਾ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਗੈਂਗਸਟਰ ਬਣਦੇ ਆ ਉਹ ਇੱਕ ਪੈਦਾ ਹੋਏ ਗੈਂਗਸਟਰ ਨਹੀਂ ਹੁੰਦੇ ਜੀ। ਉਹਨਾਂ ਨੂੰ ਜਿਸ ਹਾਲਾਤ ਦੇ ਵਿੱਚ ਜਿਸ ਕਿਸਮ ਦਾ ਉਹਨਾਂ ਦੇ ਨਾਲ ਉਹਨਾਂ ਨੂੰ ਵਰਤੋਂ ਕੀਤੀ ਜਾਂਦੀ ਹੈ। ਅਸੀਂ ਦੇਖਿਆ ਕਿ ਫਿਰ ਸਮਝ ਪੜ੍ਹ ਰਹੇ ਸੀਗੇ ਕਿ ਜਿਹੜੇ ਮੁੰਡਿਆਂ ਦੇ ਨਾਂ ਆ ਰਹੇ ਆ ਉਹ ਚੰਗੇ ਕਾਲਜਾਂ ਦੇ ਵਿੱਚ ਪੜ੍ਹੇ ਹੋਏ ਆ, ਉਹ ਤੋਂ ਬਾਅਦ ਯੂਨੀਵਰਸਿਟੀਆਂ ਦੇ ਵਿੱਚ ਵੀ ਗਏ ਆ ਔਰ ਉਹਨਾਂ ਨੂੰ ਪੋਲੀਟੀਕਲ ਪਾਰਟੀਆਂ ਨੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨੇ ਆਪਣੇ ਸੌੜੇ ਹਿੱਤਾਂ ਵਾਸਤੇ ਉਹਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਆਪਣੇ ਪ੍ਰਧਾਨ ਬਣਾ ਕੇ ਜਾਂ ਪ੍ਰਧਾਨ ਥਾਪ ਕੇ
ਤਾਂ ਕਿ ਉੱਥੇ ਅਸੀਂ ਖਾਸ ਕਰਕੇ ਆਪਣਾ ਦਬਦਬਾ ਕਾਇਮ ਕਰੀਏ। ਜਾਂ ਇਸ ਕਿਸਮ ਦਾ ਸਟੂਡੈਂਟ ਵਿੰਗ ਜਿਹੜਾ, ਕਿਉਂਕਿ ਹਰ ਪੋਲੀਟੀਕਲ ਪਾਰਟੀ ਦਾ ਹੁੰਦਾ ਵਾ, ਜਿਹੜੀਆਂ ਜੀ ਖਾਸ ਕਰਕੇ ਪੁਰਾਣੀਆਂ ਪੋਲੀਟੀਕਲ ਪਾਰਟੀਆਂ ਉਹ ਸਟੈਬਲਿਸ਼ਡ ਹੁੰਦਾ, ਜਿਹੜੀਆਂ ਨਵੀਆਂ ਰੀਜਨਲ ਪਾਰਟੀਆਂ ਹੈਗੀਆਂ ਵਾ ਉਹ ਵੀ ਕੋਸ਼ਿਸ਼ ਕਰਦੀਆਂ ਅਸੀਂ ਉੱਥੇ ਲਿਆਂਦੇ ਜਾਏ। ਤਾਂ ਫਿਰ ਅਜਿਹੇ ਲੋਕਾਂ ਨੂੰ ਜਿਹੜਾ ਉੱਥੇ ਥਾਪੜਾ ਦਿੰਦੇ ਆ, ਇਹ ਜਿਹੇ ਲੋਕਾਂ ਦੇ ਨਾਲ ਉੱਥੇ ਜਿਹੜਾ ਹੈਗਾ ਉਹਨਾਂ ਨੂੰ ਬਣਾਉਂਦੇ। ਅਸੀਂ ਵੀ ਦੇਖਿਆ ਆਪਣੀ ਯੂਨੀਵਰਸਿਟੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਇਹ ਜਿਹੜਾ ਖਾਸ ਕਰਕੇ ਵੱਖਰੀਆਂ ਵੱਖਰੀਆਂ ਪੋਲੀਟੀਕਲ ਪਾਰਟੀਆਂ ਜਿਹੜੀ ਤਾਕਤਵਰ ਧਿਰ ਹੁੰਦੀ ਆ, ਉਹ ਇਹੋ ਜਿਹੇ ਬੰਦੇ ਨੂੰ ਉੱਥੇ ਦਾ ਮਤਲਬ ਲਾਉਂਦੇ ਆ ਕਿ ਜਿਹੜਾ ਮਤਲਬ ਇਸ ਕਿਸਮ ਦਾ ਹੁੰਦਾ ਕਿ ਕੋਈ ਪੜ੍ਹਾਈ ਲਿਖਾਈ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੁੰਦਾ, ਪਰ ਉਹਨੂੰ ਪੋਲੀਟੀਕਲ ਪੈਟਰੋਨੇਜ ਮਿਲ ਜਾਂਦਾ ਵਾ। ਪੋਲੀਟੀਕਲ ਪੈਟਰੋਨੇਜ ਮਿਲਣ ਦੇ ਨਾਲ ਜਿਹੜਾ ਹੈਗਾ ਵਾ ਉਹ ਲਾਰਜਰ ਦੈਨ ਸਾਈਜ਼ ਹੋ ਜਾਂਦਾ। ਜਿੰਨਾ ਚਿਰ ਪੋਲੀਟੀਕਲ ਪਾਰਟੀਆਂ ਦੇ ਉਹ ਕੰਮ ਦਾ ਹੁੰਦਾ ਉਹਨੂੰ ਯੂਜ਼ ਕਰਦੇ ਆ, ਔਰ ਜਦੋਂ ਕਈ ਵਾਰੀ ਉਹਨੂੰ ਜੇਲ੍ਹ ਵੀ ਜਾਣਾ ਪੈ ਜਾਂਦਾ ਜਾਂ ਕਿਸੇ ਤਰੀਕੇ ਨਾਲ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਦਾ ਵਾ, ਔਰ ਉਹ ਵਿਅਕਤੀ ਬਾਅਦ ਦੇ ਵਿੱਚ ਸੋਚਦਾ ਵੀ ਮੈਂ ਤਾਂ ਯੂਜ਼ ਹੋ ਗਿਆ ਤੇ ਮੈਂ ਯੂਜ਼ ਹੋਣ ਦੀ ਬਜਾਏ ਕਿਉਂ ਨਾ ਆਪਣੇ ਤੌਰ ਤੇ ਕੋਈ ਨਾ ਕੋਈ ਇਸ ਤਰੀਕੇ ਦਾ ਕੰਮ ਸ਼ੁਰੂ ਕਰ ਲਵਾਂ। ਹੁੰਦਾ ਇਹ ਆ ਕਿ ਯੰਗ ਏਜ ਦੇ ਵਿੱਚ ਸ਼ੁਰੂ ਹੁੰਦਾ ਵਾ, 18 ਸਾਲ 20 ਸਾਲ 22 ਸਾਲ 25 ਸਾਲ ਜਿੰਨਾ ਚਿਰ ਤੁਸੀਂ ਵਿਦਿਆ ਦੇ ਜਿਹੜੇ ਹੈਗੇ ਇੰਸਟੀਟਿਊਸ਼ਨ ਦੇ ਵਿੱਚ ਹੁੰਦੇ ਜੋ, ਤੇ ਉਸ ਤੋਂ ਬਾਅਦ ਜਾ ਕੇ ਜਿਹੜਾ ਹੁੰਦਾ ਤੁਹਾਨੂੰ ਕਈ ਕਿਸਮ ਦੀਆਂ ਮੁਸ਼ਕਲਾਂ ਜਾਂ ਕਈ ਕਿਸਮ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ। ਜਾਂ ਤੁਹਾਨੂੰ ਇੱਦਾਂ ਹੁੰਦਾ ਕਿ ਕਈ ਵਾਰੀ ਪੋਲੀਟੀਕਲ ਜਿਸ ਕੰਮ ਲਈ ਤੁਸੀਂ ਉਹ ਪਾਰਟੀਆਂ ਦੇ ਨਾਲ ਜੁੜੇ ਹੁੰਦੇ ਹੋ ਜਾਂ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਹੋ, ਤੁਹਾਨੂੰ ਲਾਂਭੇ ਕਰ ਦਿੱਤਾ ਜਾਂਦਾ ਵਾ, ਤੇ ਫਿਰ ਤੁਹਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਰਹਿ ਜਾਂਦਾ, ਤੇ ਫਿਰ ਤੁਸੀਂ ਇਹੋ ਜਿਹੇ ਰਾਹ ਫੜ ਲੈਂਦੇ ਜੋ ਜਿਹਦੇ ਵਿੱਚ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਜਿਹੜਾ, ਕਿਉਂਕਿ ਪਿਛਾਂਹ ਤੁਸੀਂ ਮੁੜ ਨਹੀਂ ਸਕਦੇ, ਫਿਰ ਅਗਲੇ ਪਾਸੇ ਵਾਲੀ ਤੁਹਾਡਾ ਜਿਹੜਾ ਇੱਕੋ ਇੱਕ ਰਸਤਾ ਰਹਿ ਜਾਂਦਾ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਪੰਜਾਬ ਦੇ ਵਿੱਚ ਇਹ ਠੀਕ ਆ ਕਿ ਇਹਨੂੰ ਆਪਾਂ ਗੈਂਗਸਟਰਸ ਨੂੰ ਜਿਸ ਹੁਣ ਟਰਮ ਦੇ ਵਿੱਚ ਲੈਂਦੇ ਆ, ਇਹ ਮੈਨੂੰ ਲੱਗਦਾ ਕਿ 15-20 ਸਾਲ ਪੁਰਾਣੀ ਜਿਹੜੀ ਹੈਗੀ ਆ, 15-17 ਸਾਲ ਪੁਰਾਣੀ ਜਿਹੜੀ ਆ, ਇਹਦੀ ਸ਼ੁਰੂਆਤ ਇਸ ਫਾਰਮ ਦੇ ਵਿੱਚ ਹੋਈ ਆ। ਔਰ ਇਹ ਸਭ ਨੂੰ ਤੁਹਾਨੂੰ ਪਤਾ ਹੈ ਕਿ ਪੋਲੀਟੀਕਲ ਪਾਰਟੀਆਂ ਨੇ ਕਿਸ ਤਰੀਕੇ ਦੇ ਨਾਲ ਕਿੰਨਾ ਲੋਕਾਂ ਨੂੰ ਪੈਟਰੋਨਾਈਜ਼ ਕਰਦੇ ਆ, ਕਿਸ ਤਰੀਕੇ ਉਹਨਾਂ ਨੂੰ ਥਾਪੜਾ ਦਿੰਦੇ ਆ, ਕਿਸ ਕਿਸਮ ਦੀਆਂ ਐਕਟੀਵਿਟੀਜ਼ ਕਰਾਉਂਦੇ ਆ, ਕਿਸ ਕਿਸਮ ਦਾ ਸਾਰਾ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਵਾ, ਚਾਹੇ ਪਿੰਡ ਦੇ ਪੱਧਰ ਦੇ ਉੱਤੇ ਵੋਟਾਂ ਲੈਣੀਆਂ ਹੁੰਦੀਆਂ, ਚਾਹੇ ਬਲਾਕ ਪੱਧਰ ਤੇ ਵੋਟਾਂ ਲੈਣੀਆਂ ਹੁੰਦੀਆਂ, ਜਾਂ ਡਰਾਉਣਾ ਧਮਕਾਉਣਾ ਹੁੰਦਾ, ਜਾਂ ਉੱਥੇ ਦਬਦਬਾ ਕਾਇਮ ਕਰਨਾ ਹੁੰਦਾ ਵਾ, ਜਾਂ ਉੱਥੇ ਲੁੱਟਮਾਰ ਕਰਨੀ ਹੁੰਦੀ ਆ, ਜਾਂ ਕੋਈ ਕਬਜ਼ੇ ਕਰਨੇ ਹੁੰਦੇ ਆ। ਤਾਂ ਅਲਟੀਮੇਟਲੀ ਹੁੰਦਾ ਕੀ ਆ ਕਿ ਇਸ ਤਰੀਕੇ ਦੇ ਨਾਲ ਇਹ ਬਹੁਤ ਅਟਰੈਕਟਿਵ ਹੁੰਦਾ ਵਾ। ਬਹੁਤ ਸਾਰੇ ਲੋਕ ਜਿਹੜੇ ਤੁਹਾਡੇ ਕੋਲ ਖਾਸ ਕਰਕੇ ਉਸ ਉਮਰ ਦੇ ਵਿੱਚ ਜਿਹੜੀ ਬਹੁਤ ਲੰਮਾ ਸਮਾਂ ਸੋਚ ਨਹੀਂ ਸਕਦੇ, ਜਵਾਨ ਵੀ ਹੁੰਦੇ ਆ, ਉਹ ਟਰੈਪ ਹੋ ਜਾਂਦੇ ਆ। ਟਰੈਪ ਹੋ ਕੇ ਜਦੋਂ ਫਸ ਜਾਂਦੇ ਆ, ਇਹੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਜਿਹੜੇ ਆਪਣੇ ਪੈਰ ਪਿਛਾਂਹ ਖਿੱਚ ਲੈਂਦੇ ਆ। ਜੇ ਅੱਜ ਠੀਕ ਆ, ਕੱਲ ਨੂੰ ਮੇਰੇ ਖਿਆਲ ਸਰਕਾਰ ਨੇ ਕਿਹਾ ਕਮਿਸ਼ਨ ਬਣਾਵਾਂਗੇ, ਚਾਹੀਦਾ ਹੈ ਕਿ ਕਮਿਸ਼ਨ ਨੂੰ ਇਹਦੀ ਰੂਟ ਕਾਜ਼ ਤੇ ਜਾਣ ਦੀ ਲੋੜ ਹੈਗੀ। ਬਹੁਤ ਪੁਰਾਣੀ ਹਿਸਟਰੀ ਨਹੀਂ ਹੈਗੀ ਜਿਹੜਾ ਆ ਮੌਜੂਦਾ ਫੇਸ ਦੇ ਵਿੱਚ ਜਿਹੜਾ ਗੈਂਗਸਟਰਿਜ਼ਮ ਹੈਗਾ ਵਾ, 15 18 20 ਸਾਲ ਪੁਰਾਣਾ ਹੀ ਉਹਦੇ ਵਿੱਚੋਂ ਹੈਗਾ। ਔਰ ਸਾਰਾ ਸਾਨੂੰ ਪਤਾ ਲੱਗ ਜੂਗਾ ਕਿ ਕਿਸ ਸਮੇਂ ਦੇ ਵਿੱਚ ਕਿਹੜਾ ਜਿਹੜਾ ਖਾਸ ਕਰਕੇ ਗੈਂਗਸਟਰ ਸੀਗਾ, ਕਦੋਂ ਪੈਦਾ ਹੋਇਆ, ਕਦੋਂ ਉਹਨੂੰ ਪੈਟਰੋਲ ਕੀਤਾ ਗਿਆ, ਕਦੋਂ ਉਹਨੂੰ ਯੂਜ਼ ਕੀਤਾ ਗਿਆ। ਸਮੱਸਿਆ ਪੰਜਾਬ ਦੀ ਜਿਹੜੀ ਹੈਗੀ ਆ ਕਿ ਇਹ ਜਿਹੜਾ ਖਾਸ ਕਰਕੇ ਹੁਣ ਆਪਾਂ ਦੇਖ ਰਹੇ ਹਾਂ ਉਹਦੇ ਵਿੱਚ ਕਿ ਇਹ ਬਹੁਤ ਹੀ ਇੱਕ ਕਿਸਮ ਦਾ ਵਰਤਾਰਾ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਇਹ ਰਾਜਨੀਤੀ ਦੀ ਛਤਰ ਛਾਇਆ ਤੋਂ ਬਿਨਾਂ, ਚਾਹੇ ਉਹ ਲੋਕਲ ਲੈਵਲ ਦਾ ਲੀਡਰ ਹੈਗਾ, ਚਾਹੇ ਉਹ ਸਟੇਟ ਲੈਵਲ ਦਾ ਲੀਡਰ ਹੈਗਾ, ਚਾਹੇ ਕੋਈ ਹੋਰ ਉੱਤੇ ਬੈਠਾ ਲੀਡਰ ਹੈਗਾ, ਉਹਦੇ ਪੈਟਰੋਨੇਜ ਤੋਂ ਬਿਨਾਂ, ਕਿਉਂਕਿ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦੀਆਂ ਆਪਣੀਆਂ ਖੁੰਦਕਾਂ ਵੀ ਹੋ ਗਈਆਂ। ਔਰ ਅਸੀਂ ਬਹੁਤ ਹਰੀ ਦੇ ਵਿੱਚ ਵਾਂ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਮਸਲਾ ਜਿਹੜਾ ਇੱਕ ਪੀਸਫੁਲ ਰੈਜ਼ੋਲੂਸ਼ਨ ਹੋਵੇ। ਅਸੀਂ ਆਪਣੀ ਧੌਂਸ ਨੂੰ ਦੂਸਰੇ ਦੇ ਉੱਤੇ ਜਿਹੜਾ ਹੈਗਾ ਲਾਗੂ ਕਰਨ ਵਾਸਤੇ ਜਾਂ ਦੂਸਰੇ ਨੂੰ ਦਬਾਉਣ ਵਾਲਾ ਜਿੱਦਾਂ ਦਾ ਸਾਡਾ ਸੁਭਾਅ ਆ, ਅਸੀਂ ਉਹ ਸਾਰੇ ਹੀਲੇ ਵਰਤਦੇ ਹਾਂ ਜਿਹੜੇ ਕਈ ਵਾਰੀ ਅਨਕਨਸਟੀਟਿਊਸ਼ਨਲ ਹੁੰਦੇ ਆ, ਤੇ ਉਹਦੀ ਹੀ ਜਿਹੜੀ ਛਤਰ ਛਾਇਆ ਵੇਲੇ ਇਸ ਕਿਸਮ ਦਾ ਵਰਤਾਰਾ ਪੈਦਾ ਹੋ ਜਾਂਦਾ। ਔਰ ਉਹ ਵਰਤਾਰੇ ਦਾ ਅਲਟੀਮੇਟਲੀ ਐਂਡ ਰਿਜ਼ਲਟ ਦੇਖ ਲਓ ਵੀ ਕਿਸ ਕਿਸਮ ਦੀ ਸਥਿਤੀ ਪੈਦਾ ਹੁੰਦੀ ਆ, ਜਿਸ ਨੂੰ ਅੱਜ ਸਾਰੇ ਜਿਹੜਾ ਪੰਜਾਬ ਕੀ ਸਾਰੀ ਦੁਨੀਆ ਦੇ ਵਿੱਚ ਸਾਰੇ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਭਾਈ ਇਹ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਆਦਮੀ, ਕੋਈ ਵੀ ਵਿਅਕਤੀ ਜਿਹੜਾ ਕਿਸੇ ਵੀ ਥਾਂ ਦੇ ਉੱਤੇ ਸੇਫ ਨਹੀਂ ਹੈਗਾ, ਇਹ ਤੋਂ ਨਿਜਾਤ ਪਾਉਣ ਦੀ ਲੋੜ ਆ। ਜੀ ਬਿਲਕੁਲ ਸਰ, ਬਿਲਕੁਲ। ਸੋ ਸੇਖੋ ਸਰ, ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਤੁਸੀਂ ਐਨਾਲਿਸਿਸ ਕੀਤਾਗਾ ਵੀ ਰਾਜਨੀਤੀ ਹੀ ਆਪਾਂ ਕਹਿ ਸਕਦੇ ਜਨਨੀ ਹੈਗੀ ਇਸ ਗੈਂਗਸਟਰਵਾਦ ਦੀ। ਆਪਣੇ ਨਿੱਜੀ ਮਫਾਦਾਂ ਦੇ ਲਈ ਉਹ ਨੌਜਵਾਨਾਂ ਨੂੰ ਗਲਤ ਰਸਤੇ ਦੇ ਉੱਪਰ ਪਾ ਕੇ ਤੋਰ ਦਿੰਦੇ ਨੇ, ਜਿਸ ਤੋਂ ਬਾਅਦ ਕਿ ਇਹ ਹੀ ਗੱਭਰੂ, ਇਹ ਜੋ ਕਿ ਦੇਸ਼ ਦੀ ਸੇਵਾ ਕਰਨਾ ਜਿਹਨਾਂ ਨੂੰ ਚਾਹੀਦੇ ਆ, ਉਹ ਹੀ ਦੇਸ਼ ਦੇ ਲਈ ਖਤਰਾ ਪੈਦਾ ਕਰਦੇ ਨੇਗੇ। ਸੋ ਹੁਣ ਜੇਕਰ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ, ਉਹਨਾਂ ਦੇ ਮਾਮਲੇ ਦੇ ਵਿੱਚ, ਕਿਉਂਕਿ ਮੌਤ ਤੋਂ ਕੁਝ ਪਲ ਪਹਿਲਾਂ ਜਾਂ ਕੁਝ ਘੰਟੇ ਪਹਿਲਾਂ ਹੀ ਸਿਕਿਉਰਿਟੀ ਰਿਵਿਊ ਹੋਈ ਸੀ ਪੰਜਾਬ ਸਰਕਾਰ ਦੇ ਵੱਲੋਂ। ਸੋ ਅਫਸਰਾਂ ਦੇ ਵੱਲੋਂ ਰਿਵਿਊ ਕਰਕੇ ਭੇਜਿਆ ਗਿਆ ਸੀ ਵੀ ਕਿਹਨਾਂ ਨੂੰ ਲੋੜ ਹੈ ਸਿਕਿਉਰਿਟੀ ਦੀ, ਕਿਹਨਾਂ ਨੂੰ ਨਹੀਂ। ਜਿਸ ਤਰ੍ਹਾਂ ਕਿ ਥ੍ਰੈਟਸ ਸੀਗੀਆਂ ਸਿੱਧੂ ਮੂਸੇਵਾਲੇ ਨੂੰ, ਕਿਵੇਂ ਦੇਖ ਰਹੇ ਹੋ ਕਿ ਜਿਨ੍ਹਾਂ ਅਧਿਕਾਰੀਆਂ ਨੇ ਹੁਣ ਰਿਵਿਊ ਕੀਤੀ ਸੀ ਸਿਕਿਉਰਿਟੀ, ਖਾਸ ਤੌਰ ਤੇ ਸਿੱਧੂ ਮੂਸੇਵਾਲੇ ਆਪਾਂ ਗੱਲ ਕਰੀਏ ਕਿਉਂਕਿ ਉਹਨਾਂ ਦੇ ਪਿਤਾ ਜੀ ਵੀ ਇਹ ਕਹਿੰਦੇ ਹੋਏ ਨਜ਼ਰ ਆਏ ਨੇ ਵੀ ਉਹਨਾਂ ਦੇ ਬੇਟੇ ਨੂੰ ਲਗਾਤਾਰ ਗੈਂਗਸਟਰਾਂ ਦੇ ਵੱਲੋਂ ਫਿਰੌਤੀ ਨੂੰ ਲੈ ਕੇ ਫੋਨ ਕਾਲਸ ਆਉਂਦੇ ਰਹਿੰਦੇ ਸੀ। ਸੋ ਥ੍ਰੈਟਸ ਸੀ,
ਫਿਰ ਜਿਨ੍ਹਾਂ ਦੇ ਵੱਲੋਂ ਇਸ ਸਿਕਿਉਰਿਟੀ ਨੂੰ ਰਿਵਿਊ ਕੀਤਾ ਗਿਆ, ਜਿਨ੍ਹਾਂ ਅਫਸਰਾਂ ਨੇ, ਖਾਸ ਤੌਰ ਤੇ ਆਪਾਂ ਜੇਕਰ ਮੂਸੇਵਾਲੇ ਦੀ ਗੱਲ ਕਰੀਏ, ਸਿੱਧੂ ਮੂਸੇਵਾਲੇ ਦੀ, ਉਹਨਾਂ ਅਧਿਕਾਰੀਆਂ ਦੇ ਉੱਪਰ ਹੁਣ ਕੋਈ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ ਜਾਂ ਫਿਰ ਇਹ ਅਧਿਕਾਰੀ ਪਾਕ ਸਾਫ਼ ਨਿਕਲ ਜਾਣਗੇ? ਨਹੀਂ, ਕੁਝ ਕਿਹਾ ਨਹੀਂ ਜਾ ਸਕਦਾ। ਇਹਦੇ ਬਹੁਤ ਸਾਰੇ ਮਾਨ ਸਾਹਿਬ ਪੱਖ ਹੈਗੇ ਆ। ਇੱਕ ਤਾਂ ਅਸੀਂ ਦੇਖਿਆ ਕਿ ਆਪਾਂ ਸ਼ੁਰੂ ਇੱਥੋਂ ਕਰਦੇ ਆ ਕਿ ਜਿਹੜੀ ਮਾਨ ਸਰਕਾਰ ਹੈਗੀ ਆ, ਇਹ ਰੋਜ਼ ਕੋਈ ਨਾ ਕੋਈ ਇਸ ਕਿਸਮ ਦਾ ਇਹਨਾਂ ਨੂੰ ਲੱਗਦਾ ਹੈ ਕਿ ਪਾਪੂਲਰ ਜਿਹੜਾ ਹੈਗਾ, ਅਲਟਰਾ ਪਾਪੂਲਿਜ਼ਮ ਜਿਹੜਾ ਇਹਨਾਂ ਦਾ ਜਿਹੜਾ ਉਸ ਤਰੀਕੇ ਨਾਲ ਕੰਮ ਕਰਦੇ ਆ ਕਿ ਰੋਜ਼ ਨਵੀਂ ਨਾ ਨਵੀਂ ਕੋਈ ਜਿਹੜੀ ਹੁੰਦੀ ਆ, ਕੋਈ ਨਾ ਕੋਈ ਇਹਨਾਂ ਨੇ ਘੋਸ਼ਣਾ ਕਰਨੀ ਹੁੰਦੀ ਆ। ਇਹ ਗੱਲ ਠੀਕ ਆ ਕਿ ਪੰਜਾਬ ਦੇ ਵਿੱਚ ਸਿਕਿਉਰਿਟੀ ਦਾ ਇਹਨਾਂ ਰਾਜਨੀਤਿਕ ਲੀਡਰਾਂ ਦੁਆਰਾ ਬਹੁਤ ਮਿਸਯੂਜ਼ ਹੋ ਰਿਹਾ ਔਰ ਮਿਸਯੂਜ਼ ਕਰਦੇ ਰਹੇ ਆ, ਔਰ ਲੋਕ ਇਸ ਚੀਜ਼ ਨੂੰ ਜਿਹੜਾ ਹੈਗਾ ਲਾਈਕ ਨਹੀਂ ਕਰਦੇ। ਲੋਕ ਨਹੀਂ ਚਾਹੁੰਦੇ ਕਿ ਇੱਕ ਪਾਸੇ ਦਾ ਥਾਣੇ ਖਾਲੀ ਪਏ ਆ ਜਾਂ ਥਾਣੇ ਦੀ ਜਿਹੜੀ ਫੋਰਸ ਹੁੰਦੀ ਆ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਜਿਹੜੀ ਲੋਕਾਂ ਦੇ ਡੇ ਨਾਈਟ ਦੇ ਜਿਹੜੇ ਮਸਲੇ ਉਹਨੂੰ ਹੱਲ ਕਰ ਸਕੇ ਜਾਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਸਕੇ। ਦੂਸਰੇ ਪਾਸੇ ਲੀਡਰ ਹੈ, ਪੋਲੀਟੀਕਲ ਲੀਡਰ ਹੈ, ਔਰ ਇਹਨਾਂ ਕੋਲ ਕਿੰਨੀ ਜਿਹੜੀ ਖਾਸ ਕਰਕੇ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਗਈ ਆ। ਮੈਂ ਕਹਿੰਦਾ ਵੀ ਜਿਸ ਪੋਲੀਟੀਕਲ ਲੀਡਰ ਨੂੰ ਲੱਗਦਾ ਕਿ ਮੈਨੂੰ ਲੋਕਾਂ ਤੋਂ ਖਤਰਾ ਹੈ ਤਾਂ ਉਹਨੂੰ ਪੋਲਿਟਿਕਸ ਤੋਂ ਛੱਡ ਕੇ ਕੋਈ ਹੋਰ ਕਾਰ ਸੇਵਾ ਵਾਲਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਜੀ। ਇੱਕ ਤਾਂ ਪਾਸਾ ਇਹ ਹੈਗਾ ਜਿਹੜਾ ਪਾਪੂਲਿਜ਼ਮ ਲੈ ਕੇ ਤੁਸੀਂ ਦੇਖਿਆ ਨਾ ਕਿ ਜਦੋਂ ਉਹਨਾਂ ਨੇ ਸਿਕਿਉਰਿਟੀ ਵਿਡਰਾਅ ਕੀਤੀ ਆ, ਕਿਸ ਕਿਸਮ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਆਈਆਂ ਵਾ, ਕਿਸ ਕਿਸਮ ਦਾ ਪਾਪੂਲਿਜ਼ਮ ਇਵੋਲਵ ਹੋਇਆ। ਮੈਨੂੰ ਲੱਗਦਾ ਉਹ ਬਹੁਤ ਹਰੀ ਫੈਸਲਾ ਲਿਆ ਗਿਆ ਸੀਗਾ ਕਿਉਂਕਿ ਮਾਨ ਸਾਹਿਬ ਦੀ ਸਰਕਾਰ ਵੀ ਬਹੁਤ ਹਰੀ ਦੇ ਵਿੱਚ ਆ। ਸ਼ਾਇਦ ਇਸ ਕਰਕੇ ਆ ਕਿ ਸੰਗਰੂਰ ਦੀ ਇਲੈਕਸ਼ਨ ਆਉਣ ਵਾਲੀ ਆ, ਸ਼ਾਇਦ ਇਸ ਕਰਕੇ ਆ ਕਿ ਰਾਜ ਸਭਾ ਦੀਆਂ 2 ਸੀਟਾਂ ਜਿਹੜੀਆਂ ਸੀਗੀਆਂ ਉਹਦੇ ਉੱਤੇ ਇਲੈਕਸ਼ਨ ਹੋਣੀ ਆ, ਜਾਂ ਇਸ ਕਰਕੇ ਆ ਕਿ ਦਿੱਲੀ ਵਾਲਿਆਂ ਨੂੰ ਲੱਗਦਾ ਕਿ ਜਿੰਨਾ ਅਸੀਂ ਇਹਦਾ ਪ੍ਰਚਾਰ ਕਰਾਂਗੇ ਜਿੰਨੀ ਜਲਦੀ ਫੈਸਲਾ ਹੋਣਗੇ। ਕਿਉਂਕਿ ਇੱਕ ਗੱਲ ਬਹੁਤ ਪੱਕੀ ਹੈ ਕਿ ਲੋਕੀ ਸਰਕਾਰਾਂ ਤੋਂ ਵੀ ਅੱਕ ਚੁੱਕੇ ਆ ਵੀ ਸਰਕਾਰ ਕੋਈ ਫੈਸਲਾ ਲੈਂਦੀ ਨਹੀਂ ਹੈ, ਸਰਕਾਰ ਕੋਈ ਐਕਸ਼ਨ ਕਰਦੀ ਨਹੀਂ ਹੈ। ਹਾਂ, ਇਹ ਗੱਲ ਜ਼ਰੂਰ ਸੀਗੀ ਕਿ ਸਿਕਿਉਰਿਟੀ ਜਿਹੜੀ ਆ ਆਮ ਲੋਕੀ ਲਈ ਫਿਰਦੇ ਸੀਗੇ, ਉਹ ਲੋਕਾਂ ਨੂੰ ਜਿਹੜਾ ਸੀ ਉਹ ਬੁਰਾ ਲੱਗਦਾ ਸੀ। ਪਰ ਸਰਕਾਰਾਂ ਕੋਲ ਇੰਟੈਲੀਜੈਂਸ ਹੁੰਦੀ ਆ, ਸਰਕਾਰਾਂ ਕੋਲ ਸਾਰੀ ਇਨਫੋਰਮੇਸ਼ਨ ਹੁੰਦੀ ਆ, ਉਹਨਾਂ ਨੂੰ ਇਹਨੂੰ ਜਿਹੜਾ ਖਾਸ ਕਰਕੇ ਜਿਹੜਾ ਸਿਲੈਕਟਿਵ ਲੋਕ ਸੀ, ਜਿਹੜੇ ਟਾਰਗੇਟਡ ਲੋਕ ਸੀਗੇ, ਉਹਦਾ ਹੋਰ ਧਿਆਨ ਦੇਣਾ ਚਾਹੀਦਾ। ਪਰ ਦੂਸਰੇ ਪਾਸੇ ਇਹ ਵੀ ਹੈਗਾ ਕਿ ਮੂਸੇਵਾਲ ਸਾਹਿਬ ਕੋਲ 2 ਜਿਹੜੇ ਕਮਾਂਡੋ ਉਹਨਾਂ ਕੋਲ ਹੈਗੇ ਸੀਗੇ ਜੀ, ਔਰ ਜਦੋਂ ਜਾਣ ਲੱਗੇ ਆ ਉਹਨਾਂ ਨੇ ਵੀ ਲੱਗਦਾ ਵੀ ਸ਼ਾਇਦ ਇਸ ਚੀਜ਼ ਨੂੰ ਸੋਚਿਆ ਹੀ ਨਹੀਂ ਹੋਣਾ ਵੀ ਇਹ, ਕਿਉਂਕਿ ਕੋਈ ਵੀ ਵਿਅਕਤੀ ਨੂੰ ਹੁੰਦਾ ਵੀ ਚੱਲ ਉੱਥੋਂ ਤੱਕ ਜਾਣਾ ਵਾ, ਥੋੜੀ ਦੂਰ ਜਾਣਾ ਵਾ, ਵਾਪਸ ਮੁੜ ਕੇ ਆ ਜਾਂਦੇ ਆ। ਔਰ ਤੁਸੀਂ ਦੇਖੋ ਨਾ ਵੀ ਕਿਸ ਤਰੀਕੇ ਦੇ ਨਾਲ ਉਹ ਜਿਹੜੇ ਸਿਕਿਉਰਿਟੀ, ਹਾਂ ਜੇ ਸਿਕਿਉਰਿਟੀ ਗਾਰਡ ਉਹਦੇ ਨਾਲ ਹੁੰਦੇ, ਹੁਣ ਤਾਂ ਵਰਡ ਜੇ ਦੇ ਨਾਲ ਹੀ ਆ ਗਿਆ ਨਾ, ਜੇ ਉਹ ਦੂਸਰੀ ਗੱਡੀ ਲੈ ਕੇ ਜਾਂਦੇ, ਕਿਉਂਕਿ ਜਿਹੜੇ ਲੋਕ ਉਹਨਾਂ ਦੇ ਮਗਰ ਪਏ ਹੋਏ ਸੀਗੇ ਉਹ ਮੇਰੇ ਖਿਆਲ ਉਹਨਾਂ ਦੀ ਜਿਹੜੀ ਵੀ ਐਕਟੀਵਿਟੀ ਸੀ ਪਲ ਪਲ ਦੀ ਉੱਤੇ ਨਜ਼ਰ ਰੱਖ ਰਹੇ ਸੀਗੇ। ਉਹ ਤਾਂ ਹੁਣ ਸਾਰੀ ਜਿਹੜੀ ਇਨਕੁਆਇਰੀ ਹੋਊਗੀ ਉਹਦੇ ਵਿੱਚ ਲੱਭ ਜਾਊਗਾ। ਕੋਈ ਵਿੱਚੋਂ ਹੀ ਬੰਦਾ ਬੈਠਾ ਸੀ ਜਿਹੜਾ ਦੱਸ ਰਿਹਾ ਸੀਗਾ ਵੀ ਬਿਨਾਂ ਸਿਕਿਉਰਿਟੀ ਤੋਂ ਜਾ ਰਿਹਾ, ਅਜੇ ਕਿ ਉਹਨਾਂ ਦੇ ਪਿਤਾ ਜੀ ਜਿੱਦਾਂ ਉਹਨਾਂ ਦੱਸਿਆ ਕਿ ਉਹ ਚਿੰਤਤ ਸੀਗੇ ਵੀ ਉਹ ਬਿਨਾਂ ਸਿਕਿਉਰਿਟੀ ਤੋਂ ਚਲੇ ਗਏ, ਪਰ ਉਸ ਸਮੇਂ ਤੱਕ ਤਾਂ ਬਹੁਤ ਜਿਹੜੀ ਦੇਰ ਹੋ ਚੁੱਕੀ ਸੀ। ਇਹ ਗੱਲ ਤੁਹਾਡੀ ਜ਼ਰੂਰ ਹੈਗੀ ਆ ਕਿ ਜਿਹੜੇ ਖਾਸ ਕਰਕੇ ਜਿਨ੍ਹਾਂ ਨੇ ਰਿਵਿਊ ਕੀਤੀ ਆ, ਜਿਨ੍ਹਾਂ ਨੇ ਰਿਕਮੈਂਡੇਸ਼ਨ ਕੀਤੀ ਆ, ਔਰ ਸਭ ਤੋਂ ਮੇਰੇ ਖਿਆਲ ਆ ਵੀ ਵੱਡੀ ਗੱਲ ਇਹ ਹੋਈ ਆ ਵੀ ਇਹਨਾਂ ਨੇ ਪਬਲਿਸਿਟੀ ਵਾਸਤੇ ਉਹ ਸਾਰੀ ਲਿਸਟ ਜਿਹੜੀ ਹੈਗੀ ਆ ਉਹ ਜਨਤਕ ਪਬਲਿਕ ਡੋਮੇਨ ਦੇ ਵਿੱਚ ਲਿਆਤੀ ਆ ਕਿ ਅਸੀਂ ਇਹਨਾਂ ਵਿਅਕਤੀਆਂ ਦੀ ਸਿਕਿਉਰਿਟੀ ਜਿਹੜੀ ਆ ਉਹ ਵਾਪਸ ਕਰ ਲਈਏ। ਗੱਲ ਠੀਕ ਹੁੰਦਾ ਕਿ ਘੱਲੂਘਾਰਾ ਵੀਕ ਚੱਲ ਰਿਹਾ ਵਾ, ਇਹਨਾਂ ਦਿਨਾਂ 'ਚ ਪਹਿਲੀਆਂ ਸਰਕਾਰਾਂ ਵੀ ਜਿਹੜੀਆਂ ਉਹ ਸਿਕਿਉਰਿਟੀ ਥੋੜੀ ਬਹੁਤੀ ਜਿਹੜੀ ਹੈਗੀ ਆ ਉਹ ਘੱਟ ਕਰਦੇ ਸੀਗੇ, ਪਰ ਉਹ ਇੰਨੀ ਪਬਲਿਸਿਟੀ ਨਹੀਂ ਸੀ ਕਰਦੇ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਸਰਕਾਰੀ ਤੰਤਰ ਵਾਲੇ ਪਾਸੇ ਤੋਂ ਵੀ ਉਹਨਾਂ ਦੀ ਤੁਸੀਂ ਸਮਝ ਲਓ ਇਰਰਿਸਪੌਂਸਿਬਿਲਿਟੀ ਹੈਗੀ ਆ, ਜਾਂ ਉਹਨਾਂ ਦਾ ਇਸ ਕਿਸਮ ਦਾ ਬਿਹੇਵੀਅਰ ਆ, ਜਾਂ ਜਿਹੜਾ ਸਾਡਾ ਪੋਲੀਟੀਕਲ ਲੀਡਰਸ਼ਿਪ ਆ ਉਹਦੀ ਪਾਪੂਲਿਜ਼ਮ ਬਦਲੇ, ਉਹਦੀ ਬੱਲੇ ਬੱਲੇ ਕਰਨ ਵਾਸਤੇ ਜਾਂ ਕਰਵਾਉਣ ਵਾਸਤੇ ਇਸ ਕਿਸਮ ਦਾ ਫੈਸਲਾ ਲਿਆ ਵਾ ਕਿ ਜਿਹਦਾ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਜਾਂ ਜਿਹੜੇ ਖਾਸ ਕਰਕੇ ਕਲਾ ਜਗਤ ਦੇ ਲੋਕਾਂ ਨੂੰ ਆ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਘਾਟਾ ਪਿਆ ਉਹਨਾਂ ਦੇ ਜਾਣ ਦੇ ਨਾਲ। ਇਹ ਬਹੁਤ ਵੱਡਾ ਇੰਸੀਡੈਂਟ ਹੋਇਆ। ਇਹ ਤੋਂ ਹੋਰ ਸਬਕ ਲੈਣ ਦੀ ਲੋੜ ਆ। ਪੰਜਾਬ ਦੇ ਵਿੱਚ ਕਈ ਕਿਸਮ ਦਾ ਕ੍ਰਾਈਸਿਸ ਆ, ਇਹਦਾ ਵੀ ਇੱਕ ਗੈਂਗਸਟਰ ਵਾਲਾ ਵਰਡ ਤਾਂ ਹੈਗਾ ਵਾ। ਇਹਦੇ ਨਾਲ ਜਿਸ ਤਰੀਕੇ ਦੇ ਨਾਲ ਸਮਗਲਰਾਂ ਨੂੰ ਕਹਿੰਦੇ ਅਸੀਂ ਕਾਬੂ ਕਰਨ ਰਹੇ ਆ, ਨਸ਼ਾ ਤਸਕਰਾਂ ਦੇ ਮਗਰ ਪਏ ਆ, ਇਹ ਜਿਉਂ ਤਾਰ ਅੱਗੇ ਜੁੜਦੇ ਰਹਿਣਗੇ, ਪਤਾ ਨਹੀਂ ਨਸ਼ਾ ਤਸਕਰ ਦੇ ਵਿੱਚ ਕਿਹੜਾ ਵੱਡਾ ਬੰਦਾ ਉਹਦੇ ਵਿੱਚੋਂ ਨਿਕਲਣਾ ਵਾ, ਕਿਸ ਕਿਸਮ ਦਾ ਵਿਅਕਤੀ ਨਿਕਲਣਾ ਵਾ। ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਅਜਿਹੇ ਫੈਸਲੇ ਲੈਣ ਲਈ ਬਹੁਤ ਹੀ ਬਰੀਕੀ ਦੇ ਨਾਲ, ਉਹਨਾਂ ਕੋਲ ਤੰਤਰ ਹੁੰਦਾ ਵਾ, ਉਹਨਾਂ ਕੋਲ ਇੰਟੈਲੀਜੈਂਸ ਵਿੰਗ ਹੈਗਾ ਵਾ, ADGP ਲੈਵਲ ਦਾ ਉਹਨਾਂ ਕੋਲ ਅਫਸਰ ਹੈਗਾ ਵਾ, ਥੱਲੇ ਤੱਕ ਸਿਪਾਹੀ ਤੱਕ ਜਿਹੜਾ ਹੈਗਾ ਉਹਨਾਂ ਦਾ ਇੰਟੈਲੀਜੈਂਸ ਦੀ ਕੰਮ ਕਰਦਾ ਵਾ, ਸੈਂਟਰਲ ਏਜੰਸੀਆਂ ਕੰਮ ਕਰਦੀਆਂ ਵਾ। ਤੁਹਾਡੇ ਕੋਲ ਕਿ ਪੰਜਾਬ ਇਸ ਵੇਲੇ 50% ਬਾਰਡਰ ਸਟੇਟ ਹੈਗਾ ਵਾ, ਤੁਹਾਡੇ ਕੋਲ ਜਿਹੜੀਆਂ ਕਈ ਕਿਸਮ ਦੀਆਂ ਜਿਹੜੀਆਂ ਇੰਟੈਲੀਜੈਂਸ ਵਿੰਗਸ ਹੈਗੇ ਆ, ਸੈਂਟਰ ਦੇ ਵਿੰਗਸ ਹੈਗੇ ਆ ਜਿਹੜੇ ਕੋਆਰਡੀਨੇਟ ਕਰਦੇ ਆ, ਹੋਰ ਤੰਤਰ ਹੈਗੇ ਆ। ਤੇ ਮੈਨੂੰ ਲੱਗਦਾ ਵੀ ਸਰਕਾਰ ਦੇ ਪਾਸੇ ਤੋਂ ਇੱਕ ਬਹੁਤ ਕਾਹਲੀ 'ਚ ਲਿਆ ਆਪਣੇ ਆਪ ਨੂੰ ਬਹੁਤ ਅਲਟਰਾ ਪਾਪੂਲਿਜ਼ਮ ਜਿਹੜਾ ਸਾਬਤ ਕਰਨ ਲਈ ਇਹ ਫੈਸਲਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਰਕਾਰ ਲਈ ਬਹੁਤ ਵੱਡੇ ਕੁਐਸਚਨ ਖੜੇ।
ਬਿਲकुल ਇਸ ਘਟਨਾ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਜੋ ਇਸ ਪਾਰਟੀ ਦੇ ਦਿੱਲੀ ਦਰਬਾਰ ਦੇ ਲੋਕ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਖਾਸ ਕਰਕੇ ਮਾਲਵੇ ਦੇ ਵਿੱਚ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਚੁੱਕੀ ਫਿਰਦੇ ਸੀਗੇ, ਹੱਥਾਂ ਤੇ ਚੁੱਕੀ ਫਿਰਦੇ ਸੀਗੇ, ਉਹ ਉਹਨਾਂ ਲਈ ਹੁਣ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਆਣ ਕੇ ਲੋਕਾਂ ਨੂੰ ਮੂੰਹ ਵਿਖਾਲਣਾ ਉਹ ਵੀ ਭਾਰੀ ਪੈ ਸਕਦਾ। ਸੋ ਇਹ ਸਿਰਫ ਸਾਡੇ ਤੁਹਾਡੇ ਵਾਸਤੇ ਨਹੀਂ ਹੈ, ਇਹ ਜਿਹੜੀ ਮੌਜੂਦਾ ਸਰਕਾਰ ਹੈਗੀ ਆ ਇਹਦੇ ਲਈ ਵੀ ਇੱਕ ਕਾਫੀ ਵੱਡਾ ਉਹਨਾਂ ਨੇ ਸਵਾਲ ਖੜਾ ਕੀਤਾ ਔਰ ਇਹਦੇ ਸਵਾਲ ਦਾ ਜਵਾਬ ਦੇਣ ਵਾਸਤੇ ਜਾਂ ਉਹ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੁੱਸੇ ਨੂੰ ਦੂਰ ਕਰਨ ਵਾਸਤੇ ਕਿ ਇਹ ਸਰਕਾਰ ਕੀ ਕਰਦੀ ਆ, ਇਹ ਸਾਰਾ ਕੁਝ ਉਹਦੇ ਉੱਤੇ ਜੀ ਬਿਲकुल बिल्कुल सो कह सकते सर ਆਪਾਂ ਵੀ ਥੋੜੇ ਜੋ ਇਨਐਕਸਪੀਰੀਅੰਸ ਹੈਗਾ ਉਹ ਸਾਹਮਣੇ ਆ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਵਾਹਵਾਹੀ ਖੱਟਣ ਦੇ ਲਈ ਇਹ ਵੀਆਈਪੀ ਲੋਕਾਂ ਦੀ ਸੁਰੱਖਿਆ ਨੂੰ ਤਾਕ ਦੇ ਉੱਪਰ ਟੰਗ ਦਿੰਦੇ ਨੇ। ਚਲੋ ਸੁਰੱਖਿਆ ਵਾਪਸ ਲਈ ਲੇਕਿਨ ਢਿੰਡੋਰਾ ਪਿੱਟਣ ਦੀ ਕੀ ਲੋੜ ਪਈ ਸੀਗੀ ਜਿਸ ਦੇ ਕਾਰਨ ਕਿ ਇੱਕ ਮਾਂ ਦਾ ਪੁੱਤ ਵੀ ਚਲਾ ਗਿਆ ਤੇ ਨਾਲ ਪੰਜਾਬ ਦਾ ਇੱਕ ਉਹ ਹੀਰਾ ਚਲਾ ਗਿਆ ਜਿਹਨੇ ਪੰਜਾਬ ਨੂੰ ਪੂਰੀ ਦੁਨੀਆ ਵਿੱਚ ਫੇਮਸ ਕੀਤਾ ਸੀ। ਇਹ ਵੀ ਆਪਾਂ ਇਨ ਐਕਸਪੀਰੀਅੰਸ ਕਹਿ ਸਕਦੇ ਹਾਂ ਕਿਉਂਕਿ ਠੀਕ ਹੈ ਤੁਸੀਂ ਸੁਰੱਖਿਆ ਵਾਪਸ ਲੈ ਲਈ, ਰਿਵਿਊ ਕੀਤਾਗਾ, ਤੁਹਾਨੂੰ ਲੱਗਿਆ ਵੀ ਨਹੀਂ ਲੋੜ ਸੁਰੱਖਿਆ ਦੀ, ਲੇਕਿਨ ਜਨਤਕ ਕਰਨ ਦੀ ਸ਼ਾਇਦ ਲੋੜ ਨਹੀਂ ਸੀ। ਸੋ ਤੀਸਰੀ ਆਪਾਂ ਸਰ ਹੁਣ ਗੱਲ ਕਰਾਂਗੇ ਇਸ ਗੈਂਗਸਟਰਵਾਦ ਨੂੰ ਲੈ ਕੇ कि आखिर सरकार कोशिश तो बहुत कर रही है, लगातार जेलों के विच चैकिंग की जा रही है क्योंकि ज़्यादातर जो गैंगस्टर ने वो जेलों के विच बंद ने वक्-वक् मुकदमियां के अधीन, लेकिन फिर भी उतों अपना रैकेट जो चला रहे हैं या फिर गल कही अपने जो ग्रुप आ उन्होंने लीड कर रहे हैं। आखिर ये गैंगस्टरवाद के उपर नत्थ पवेगी किवें ਤੇ ਇਹ ਨੱਥ ਕਿਸ ਤਰੀਕੇ ਦੇ ਨਾਲ ਪਏਗੀ, ਕਿਹੜੇ ਉਪਰਾਲੇ ਨੇ ਜਿਹੜੇ ਸਰਕਾਰ ਨੂੰ ਕਰਨੇ ਪੈਣਗੇ, ਭਾਵੇਂ ਕਿ ਸਰਕਾਰ ਹਰ ਰੋਜ਼ ਇਹ ਬਿਆਨ ਦਿੰਦੀ ਹੈ ਵੀ ਅਸੀਂ ਗੈਂਗਸਟਰਵਾਦ ਕਰਨ ਦੇ ਲਈ ਕਦੇ ਕਹਿੰਦੇ ਨੇ ਅਸੀਂ ਨਵੀਂ ਟਾਸਕ ਫੋਰਸ ਬਣਾਤੀ ਹੈ ਜੀ, ਅਸੀਂ ਜੇਲ੍ਹਾਂ ਦੇ ਵਿੱਚ ਸੁਰੱਖਿਆ ਵਧਾਤੀ ਹੈ, ਅਸੀਂ ਮੋਬਾਈਲ ਬੰਦ ਕਰਤੇ ਨੇ, ਅਸੀਂ ਇਹ ਕਰਤਾ। ਆਖਿਰ ਹੋਰ ਕਿਹੜੇ ਉਪਰਾਲੇ ਨੇ ਜਿਹੜੇ ਸਰਕਾਰ ਨੂੰ ਕਰਨੇ ਪੈਣਗੇ ਜਿਸ ਦੇ ਨਾਲ ਇਹ ਗੈਂਗਸਟਰਵਾਦ ਖਤਮ ਹੋ ਸਕੇ? ਮੈਨੂੰ ਇਹ ਲੱਗਦਾ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਆਇਡੈਂਟੀਫਾਈ ਕਰਨ ਦੀ ਲੋੜ ਹੈ, ਇਨਫੋਰਮੇਸ਼ਨ ਹੋਊਗੀ ਕਿ ਜਿਹੜੇ ਲੋਕ ਇਹ ਗੈਂਗਸਟਰਸ ਦੇ ਵਿੱਚ ਕਿਸੇ ਤਰੀਕੇ ਨਾਲ ਚਲੇ ਗਏ ਆ ਔਰ ਉੱਥੇ ਜਾ ਕੇ ਜਿਹੜਾ ਹੈਗਾ ਵਾ ਉਹ ਵਾਪਸ ਆਉਣਾ ਚਾਹੁੰਦੇ ਆ ਔਰ ਉਹ ਵਾਪਸ ਆਉਣ ਲਈ ਜਿਹੜਾ ਉਹ ਤਰਲੋ ਮੱਛੀ ਕਰ ਰਹੇ ਆ ਜਾਂ ਉਹ ਇਹ ਇਸ ਕਿਸਮ ਦਾ ਜਿਹੜਾ ਸਰਕਾਰ ਤੋਂ ਜਿਹੜੀ ਆ ਉਹ ਚਾਹੁੰਦੇ ਆ ਪ੍ਰੋਮਿਸ ਕਿ ਜੋ ਉਹਨਾਂ ਨੇ ਕੀਤਾ ਉਹਦੀ ਸਜ਼ਾ ਸਾਨੂੰ ਮਿਲ ਜਾਵੇ ਸਾਡੀ, ਕਿਉਂਕਿ ਉਹਨਾਂ ਦੀ ਜਾਨ ਨੂੰ ਵੀ ਬਰਾਬਰ ਦਾ ਖਤਰਾ ਹੈ। ਜਿਸ ਕਿਸਮ ਦੇ ਹਾਲਾਤ ਇਸ ਵੇਲੇ ਪੰਜਾਬ ਦੇ ਵਿੱਚ ਪੈਦਾ ਹੋ ਗਏ, ਜਿੱਦਾਂ ਹੁਣ ਦੇਖਿਆ ਕਿ ਉਹ ਲਾਰਿਸ ਬਿਸ਼ਨੋਈ ਨੂੰ ਇਹ ਵੀ ਡਰ ਲੱਗ ਗਿਆ ਕਿ ਮੇਰਾ ਹੁਣ ਰਿਮਾਂਡ ਦੇ ਉੱਤੇ ਤੁਸੀਂ ਦਿੱਲੀ ਤੋਂ ਪੰਜਾਬ ਨਾ ਲੈ ਕੇ ਜਾਓ, ਮੇਰਾ ਰਸਤੇ ਦੇ ਵਿੱਚ ਐਨਕਾਊਂਟਰ ਵੀ ਹੋ ਸਕਦਾ ਜਾਂ ਕੁਝ ਵੀ ਹੋ ਸਕਦਾ। ਜਿਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਪਹਿਲੇ ਸਮੇਂ ਦੇ ਵਿੱਚ ਯੂਪੀ ਦੇ ਵਿੱਚ ਇੱਕ ਵਿਕਾਸ ਦੁਬੇ ਸੀਗਾ, ਕਾਨਪੁਰ ਵਾਲਾ ਜਿਹੜਾ ਗੈਂਗਸਟਰ ਸੀਗਾ, ਕਿਸ ਤਰੀਕੇ ਨਾਲ ਉਹਨੂੰ ਫੜ ਕੇ ਲੈ ਕੇ ਵਾਪਸ ਜਦੋਂ ਜਾ ਰਹੇ ਸੀਗੇ ਤੇ ਰਸਤੇ 'ਚ ਐਨਕਾਊਂਟਰ ਹੋ ਗਿਆ ਉਹਦਾ ਤੇ ਉਹਨੇ ਦੌੜਨ ਦੀ ਕੋਸ਼ਿਸ਼ ਕੀਤੀ, ਜਿੱਦਾਂ ਉਹ ਦੱਸਦੇ ਉਹਨਾਂ ਦੇ ਸਰਕਾਰ ਦੱਸਦੀ ਆ, ਉਹਦਾ ਐਨਕਾਊਂਟਰ ਕਰ ਦਿੱਤਾ। ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਕਿਉਂਕਿ ਇੰਨਾ ਵੱਡਾ ਗੁੱਸਾ ਪੰਜਾਬ ਦੇ ਲੋਕਾਂ ਦਾ, ਅੱਜ ਤੁਸੀਂ ਦੇਖਿਆ ਹੋਣਾ ਮੂਸੇ ਪਿੰਡ ਦੇ ਵਿੱਚ, ਕਿਉਂਕਿ ਸਾਰੇ ਟੀਵੀ ਨੈਸ਼ਨਲ ਟੀਵੀ, ਮੈਨੂੰ ਨਹੀਂ ਲੱਗਦਾ ਕਿ ਪਿਛਲੇ 3 ਦਿਨਾਂ ਦੇ ਵਿੱਚ ਕਿਸੇ ਵੀ ਇੱਕ ਇੰਡੀਵਿਜੂਅਲ ਬਾਰੇ ਜਾਂ ਕਿਸੇ ਵੀ ਅਜਿਹੇ ਕਲਾਕਾਰ ਬਾਰੇ ਇੰਨਾ ਜ਼ਿਆਦਾ ਕਵਰੇਜ ਜਿਹੜੀ ਆ ਨੈਸ਼ਨਲ ਮੀਡੀਆ ਦੇ ਉੱਤੇ, ਲੋਕਲ ਮੀਡੀਆ ਦੇ ਉੱਤੇ ਜਾਂ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਹੋਈ ਹੋਊਗੀ। ਸੋ ਮੇਰਾ ਕਹਿਣ ਤੋਂ ਭਾਵ ਹੈਗਾ ਕਿ ਆਇਡੈਂਟੀਫਾਈ ਕਰਨੇ ਪੈਣਗੇ ਕਿ ਕਿਹੜੇ ਏ ਕੈਟੇਗਰੀ ਵਾਲੇ ਆ ਜਿਨ੍ਹਾਂ ਦਾ ਸਧਾਰਨ ਕਰਨਾ ਥੋੜ੍ਹਾ ਮੁਸ਼ਕਿਲ ਆ, ਬੀ ਕੈਟੇਗਰੀ ਵਾਲੇ ਕਿਹੜੇ ਆ, ਨਵੇਂ ਕਿਹੜੇ ਉਹਦੇ ਵਿੱਚੋਂ ਆਏ ਆ ਜਿਨ੍ਹਾਂ ਨੂੰ ਵਾਪਸ ਲਿਆਂਦਾ ਜਾ ਸਕਦਾ। ਤਾਂ ਸਰਕਾਰ ਨੂੰ ਸਾਰੇ ਫਰੰਟਾਂ 'ਤੇ ਕੰਮ ਕਰਨਾ ਪਊਗਾ। ਸਰਕਾਰ ਨੂੰ ਜਿਹੜਾ ਹੈਗਾ ਵਾ ਆਪਣੇ ਜਿਹੜਾ ਕਾਨੂੰਨ ਦਾ ਵੀ ਸਹਾਰਾ ਲੈਣਾ ਪਊਗਾ ਔਰ ਉਹਦੇ ਨਾਲ ਨਾਲ ਜਿਹੜਾ ਸੀਗਾ ਜਿਹੜੇ ਲੋਕ ਵਾਪਸ ਆਉਣਾ ਚਾਹੁੰਦੇ ਆ, ਜਿਹੜੇ ਉਹ ਭੁੱਲ ਨੂੰ ਕਹਿੰਦੇ ਬਖਸ਼ਾਉਣ ਲਈ ਤਿਆਰ ਹੈਗੇ ਆ ਜਾਂ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਜਿੰਨਾ ਕੁਝ ਕੀਤਾ ਸੀ ਉਹਦੀ ਸਜ਼ਾ ਸਾਨੂੰ ਮਿਲ ਜਾਵੇ, ਉਹਨਾਂ ਨੂੰ ਵੀ ਵਾਪਸ ਲਿਆਉਣਾ ਚਾਹੀਦਾ। ਇੱਕ ਸਮਾਜਿਕ ਜਿਹੜੀ ਹੈਗੀ ਆ ਇਹ ਪ੍ਰੋਬਲਮ ਹੈ, ਇਹ ਲਾ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੈ, ਇਹ ਜਿਹੜੀ ਕੱਲੀ ਜਿਹੜੀ ਹੈਗੀ ਆ ਪੋਲੀਟੀਕਲ ਪ੍ਰੋਬਲਮ ਨਹੀਂ ਹੈ, ਕਿਉਂਕਿ ਜਿਹੜੇ ਗੈਂਗਸਟਰਸ ਹੈਗੇ ਆ ਉਹਨਾਂ ਨੂੰ ਤੁਸੀਂ ਲਾਰਜਰ ਡਿਫਰੈਂਟ ਪਰਸਪੈਕਟਿਵ ਦਾ ਦੇਖਣਾ ਪਊਗਾ ਕਿ ਉਹਦੇ ਕਾਰਨ ਕੀ ਸੀ, ਉਹਨਾਂ ਦਾ ਇੱਕ ਤੁਹਾਨੂੰ ਪ੍ਰੋਫਾਈਲ ਮੈਪ ਕਰਨਾ ਪਊਗਾ, ਉਹਦੇ ਸੋਸ਼ਲ ਇਕਨੋਮਿਕ ਬੈਕਗਰਾਉਂਡ ਬਣਾਉਣੀ ਪਊਗੀ, ਉਹਦੀ ਫੈਮਿਲੀਜ਼ ਦੀ ਕਿ ਉਹ ਕਿੰਨਾ ਪੜ੍ਹਿਆ, ਕਿਉਂ ਜਾ ਕੇ ਗੈਂਗਸਟਰ ਬਣਿਆ ਵਾ। ਇਹ ਕੋਈ ਬਹੁਤ ਵੱਡਾ ਗੱਲ ਨਹੀਂ ਸਰਕਾਰਾਂ ਵਾਸਤੇ, ਜਿਹਨਾਂ ਕੋਲ ਡਾਟਾ ਹੈਗਾ ਉਹਨਾਂ ਦੀ ਫੈਮਿਲੀ ਨੂੰ ਮੈਪ ਕਰ ਸਕਦੇ ਆ ਔਰ ਉਹਦੇ ਵਿੱਚੋਂ ਇਹ ਅੰਦਾਜ਼ਾ ਲਾ ਸਕਦੇ ਆ ਕਿ ਇਹ ਵਿਅਕਤੀ ਸੁਧਰਨ ਵਾਲਾ ਹੈਗਾ ਵਾ ਜਾਂ ਇਹ ਵਿਅਕਤੀ ਸੁਧਰਨ ਵਾਲਾ ਨਹੀਂ ਹੈਗਾ। ਇਸ ਵਿਅਕਤੀ ਨੂੰ ਇਸ ਤਰੀਕੇ ਨਾਲ ਮੋਟੀਵੇਟ ਕੀਤਾ ਜਾ ਸਕਦਾ, ਉਹਨੂੰ ਮੇਨ ਸਟ੍ਰੀਮ 'ਚ ਲਿਆਂਦਾ ਜਾ ਸਕਦਾ। ਕੱਲਾ ਇਹਨੂੰ ਲਾਅ ਐਂਡ ਆਰਡਰ ਦਾ ਇਸ਼ੂ ਬਣਾਓਗੇ ਤੇ ਉਹਦੇ ਨਾਲ ਬਹੁਤ ਸਾਰੀਆਂ ਮਸਲੇ ਹੱਲ ਨਹੀਂ ਹੋਣਗੇ, ਮਸਲੇ ਹੋਰ ਜ਼ਿਆਦਾ ਜਿਹੜੇ ਹੋਏ ਵਿਗੜਨੇ ਸ਼ੁਰੂ ਹੋ ਜਾਣਗੇ। ਇਸ ਲਈ ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਕਿਸਮ ਦਾ ਜਿਹੜਾ ਤਰੀਕਾ ਜਿਹੜਾ ਹੈਗਾ, ਪਿਆਰ ਵਾਲਾ ਵੀ ਹੈਗਾ ਵਾ, ਡੰਡੇ ਵਾਲਾ ਵੀ ਹੈਗਾ ਵਾ, ਕਾਨੂੰਨ ਵਾਲਾ ਵੀ ਹੈਗਾ, ਜੇਲ੍ਹ ਵਾਲਾ ਵੀ ਹੈਗਾ ਔਰ ਬਹੁਤ ਸਟ੍ਰਿਕਟਲੀ ਇਹਦੇ ਵਿੱਚ ਕੋਈ ਵੀ ਪੋਲੀਟੀਕਲ ਇੰਟਰਫੀਰੈਂਸ ਜਿਹੜੀ ਹੈਗੀ ਆ ਇੱਧਰੋਂ ਉੱਧਰੋਂ
ਉਹਨੂੰ ਆਊਟਰਾਈਟਲੀ ਜਿਹੜਾ ਲਾਂਭੇ ਰੱਖ ਕੇ ਇੱਕ ਕਲੀਅਰ ਕੱਟ ਪਾਲਿਸੀ ਕਿ ਜਿਹੜੇ ਸਰੈਂਡਰ ਕਰਨਾ ਚਾਹੁੰਦੇ ਆ ਉਹ ਭਾਈ ਸਰੈਂਡਰ ਕਰ ਲੈਣ, ਉਹਨਾਂ ਨੂੰ ਟਾਈਮ ਦਿੱਤਾ ਜਾਵੇ। ਜਿਹੜੇ ਨਹੀਂ ਸਰੈਂਡਰ ਕਰਨਾ ਚਾਹੁੰਦੇ ਉਹ ਕਾਨੂੰਨ ਨੂੰ ਫੇਸ ਕਰਨ ਵਾਸਤੇ ਤਿਆਰ ਹੋ ਜਾਣ। ਇਹਦੇ ਨਾਲ ਹੀ ਜਿਹੜੀ ਹੈਗੀ ਆ ਇੱਕ ਰਾਏਨਾਮਾ ਵੀ ਤਿਆਰ ਕਰਨਾ ਪਊਗਾ ਕਿ ਭਾਈ ਜਿਹੜੇ ਲੋਕਾਂ ਨੂੰ ਇਹ ਤੰਗ ਕਰਦੇ ਆ, ਜਿਨ੍ਹਾਂ ਨੂੰ ਇਹ ਆਉਂਦੀਆਂ ਵਾ ਧਮਕੀਆਂ ਆਉਂਦੀਆਂ ਵਾ, ਉਹ ਘੱਟੋ ਘੱਟ ਜਿਹੜਾ ਹੈਗਾ ਸਰਕਾਰ ਨੂੰ ਦੱਸਣ, ਕਿਉਂਕਿ ਲੋਕਾਂ ਦਾ ਵੀ ਸਰਕਾਰ ਤੇ ਬਹੁਤ ਜ਼ਿਆਦਾ ਜਿਹੜਾ ਵਿਸ਼ਵਾਸ ਆਲਮੋਸਟ ਹੁਣ ਹੌਲੀ ਹੌਲੀ ਜਿਹੜਾ ਉਹਨਾਂ ਜ਼ਿਆਦਾ ਨਹੀਂ ਰਿਹਾ। ਇਸੇ ਕਰਕੇ ਉਹ ਆਪਣੇ ਤਰੀਕੇ ਨਾਲ ਮਸਲੇ ਹੱਲ ਕਰਦੇ ਆ। ਇਹ ਵੀ ਪਤਾ ਲੱਗਾ ਕਿ ਬਹੁਤ ਸਾਰੇ ਗਾਇਕਾਂ ਨੇ ਉਹਨਾਂ ਨੂੰ ਪੈਸੇ ਵੀ ਦੇ ਦਿੰਦੇ ਆ, ਲਾਈਫ ਪ੍ਰੋਟੈਕਸ਼ਨ ਵੀ ਜਿਹੜੀ ਉਹਨਾਂ ਕੋਲ ਕਰਵਾਉਂਦੇ ਆ। ਤੋ ਇੱਕ ਜਿਹੜਾ ਖਾਸ ਕਰਕੇ ਪੈਰਲਲ ਸਟੇਟ ਵਿਦਨ ਸਟੇਟ ਬਣ ਜਾਂਦਾ ਹੈ। ਗੈਂਗਸਟਰ ਸਿਰਫ ਇੱਕ ਕਿਸਮ ਦਾ ਇੱਕ ਉਹ ਨਹੀਂ, ਗਰੁੱਪ ਹੀ ਨਹੀਂ ਹੈ। ਲੋਕੀ ਇਹਨਾਂ ਤੋਂ ਜ਼ਿਆਦਾ ਡਰਦੇ ਆ, ਸਰਕਾਰ ਤੋਂ ਘੱਟ ਡਰਦੇ ਆ, ਪੁਲਿਸ ਤੋਂ ਘੱਟ ਡਰਦੇ ਆ, ਇਹਨਾਂ ਤੋਂ ਜ਼ਿਆਦਾ ਡਰਦੇ ਆ। ਤੇ ਲੋਕਾਂ ਦੇ ਵਿੱਚ ਵੀ ਇਹ ਕੌਨਫੀਡੈਂਸ ਪੈਦਾ ਕਰਨ ਦੀ ਲੋੜ ਹੈਗੀ ਆ। ਜਿਹੜੇ ਗੈਂਗਸਟਰਾਂ ਦੇ ਅਟੈਕ ਥੱਲੇ ਹੈ ਜਾਂ ਵਨਰੇਬਲ ਸੈਕਸ਼ਨ ਹੈਗੇ ਆ, ਉਹਨਾਂ ਨੂੰ ਵੀ ਹੌਸਲਾ ਦੇਣ ਦੀ ਲੋੜ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਸਮੱਸਿਆ ਦੇ ਹੱਲ ਵਾਸਤੇ ਸਰਕਾਰ ਨੂੰ ਸਾਰੇ ਪਾਸਿਓਂ ਜਿਹੜੀ ਹੈਗੀ ਆ ਉਹ ਪਹਿਲ ਕਰਨੀ ਪਊਗੀ। ਸਰਕਾਰ ਕੋਲ ਸਾਧਨ ਹੁੰਦੇ ਆ, ਸਰਕਾਰ ਨੂੰ ਲੋਕਾਂ ਦੇ ਨੂੰ ਕੌਨਫੀਡੈਂਸ ਲੈਣਾ ਪਊਗਾ, ਤਾਂ ਹੀ ਇਹ ਜਿਹੜੀ ਸਮੱਸਿਆ ਦਾ ਜਿਹੜਾ ਹੱਲ ਕੱਢਿਆ ਜਾਊਗਾ। ਤਾਂ ਇਹਦੇ ਨਾਲ ਖਾਸ ਕਰਕੇ ਤਾਂ ਕਿ ਨਵੇਂ ਲੋਕ ਉੱਥੇ ਨਾ ਜਾਣ, ਉਹਨਾਂ ਲਈ ਵੀ ਸਰਕਾਰ ਦਾ ਫਰਜ਼ ਬਣਦਾ ਵੀ ਕੋਈ ਨਾ ਕੋਈ ਆਸ ਜਗਾਈ ਰੱਖਣ। ਚਾਹੇ ਉਹਨਾਂ ਦੀ ਵਿਦਿਆ ਚੰਗੀ ਕਰ ਦੇਣ, ਚਾਹੇ ਉਹਨਾਂ ਨੂੰ ਨੌਕਰੀ ਦੀ ਆਸ ਹੋ ਜਾਵੇ, ਚਾਹੇ ਕੰਮਕਾਰ ਦੀ ਆਸ ਹੋ ਜਾਵੇ, ਜਾਂ ਜਿਹੜਾ ਸਟੇਟ ਦੇ ਵਿੱਚ ਕ੍ਰਾਈਮ ਹੈਗਾ ਲੋਕਾਂ ਨੂੰ ਪਤਾ ਲੱਗੇ, ਜਿਹੜੇ ਕ੍ਰਿਮੀਨਲਸ ਹੈਗੇ ਆ ਉਹਨਾਂ ਨੂੰ ਪਨਿਸ਼ ਕੀਤਾ ਜਾਵੇ। ਕਈ ਵਾਰੀ ਕੁਝ ਲੋਕ ਇਸ ਕਰਕੇ ਵੀ ਜਿਹੜਾ ਉਹਨਾਂ ਦੀ ਫੈਸੀਨੇਸ਼ਨ ਆ ਜਾਂਦੀ ਵੀ ਕੁਛ ਨਹੀਂ ਕਰ ਸਕਦਾ, ਕੁਛ ਨਹੀਂ ਕਰ ਸਕਦੀ ਸਰਕਾਰ, ਕੁਛ ਨਹੀਂ ਹੁੰਦਾ, ਕਿਉਂਕਿ ਅਸੀਂ ਹਮੇਸ਼ਾ ਹੀ ਇਹੋ ਜਿਹੇ ਪਾਸੇ ਜਲਦੀ ਜਿਹੜਾ ਖਿੱਚੇ ਜਾਂਦੇ ਆ। ਯੂਥ ਜਿਹੜੀ ਹੁੰਦੀ ਆ ਨਾ, ਉਹ ਐਡਵੈਂਚਰਿਜ਼ਮ ਜਿਹੜਾ ਹੁੰਦਾ ਇਸ ਪਾਸੇ ਚੱਲੇ ਜਾਂਦੇ ਆ। ਪੰਜਾਬ ਦੇ ਲੋਕਾਂ ਨੂੰ ਹਥਿਆਰਾਂ ਦਾ ਸਦੀਆਂ ਤੋਂ ਹੀ ਜਿਹੜਾ ਪੁਰਾਣਾ ਜਿਹੜਾ ਸ਼ੌਕ ਵੀ ਹੈਗਾ ਵਾ, ਉਹਦੇ ਨਾਲ ਪਿਆਰ ਵੀ ਰੱਖਦੇ ਆ। ਦੂਸਰੀ ਗੱਲ ਹੈਗੀ ਕਿ ਆ ਜਿਹੜੇ ਭਾਊ ਗਾਉਣ ਵਜਾਉਣ ਵਾਲੇ ਦੂਸਰੇ ਆ, ਇਹਨਾਂ ਨੂੰ ਇਹੋ ਜਿਹੇ ਜਿਹੜੇ ਗਾਣੇ ਆ ਜਿਹਦੇ ਵਿੱਚ ਗੈਂਗਸਟਰਿਜ਼ਮ ਨੂੰ ਜਿਹੜਾ ਹੈਗਾ ਵਾ ਉਹ ਵਧਾਵਾ ਮਿਲਦਾ ਹੈ, ਬੰਦੂਕਾਂ ਨੂੰ ਵਧਾਵਾ ਮਿਲਦਾ। ਇਸ ਬਾਰੇ ਸਰਕਾਰ ਨੇ ਬਹੁਤ ਕਲੀਅਰ ਕਹਿ ਦਿੱਤਾ, ਮਾਨ ਦੀ ਆਪਣੇ ਗਵਰਨਮੈਂਟ ਨੇ ਕਹਿ ਦਿੱਤਾ, ਲੋੜ ਆ ਉਹਨਾਂ ਦੇ ਨੱਥ ਪਾਉਣ ਦੀ। ਜਿਹੜਾ ਇਸ ਕਿਸਮ ਦੇ ਕਲਚਰ ਨੂੰ ਪਾਪੂਲਰ ਕਰਦੇ ਆ ਜਾਂ ਇਸ ਕਿਸਮ ਦੇ ਕਲਚਰ ਨੂੰ ਵਧਾਉਂਦੇ ਆ, ਉਹਨਾਂ ਲਈ ਵੀ ਕੋਈ ਨਾ ਕੋਈ ਬੰਦੋਬਸਤ ਕਰਕੇ, ਕਿਉਂ ਨਹੀਂ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਗਾਏ ਜਾ ਸਕਦੇ, ਕਿਉਂ ਨਹੀਂ ਪੂਰਨ ਸਿੰਘ ਦੀ ਕਵਿਤਾ ਪੜ੍ਹੀ ਜਾ ਸਕਦੀ, ਭਾਈ ਵੀਰ ਸਿੰਘ ਦੀ ਕਿਉਂ ਨਹੀਂ ਪੜ੍ਹੀ ਜਾ ਸਕਦੀ, ਕਿਉਂ ਨਹੀਂ ਸੰਤ ਰਾਮ ਦਾਸੀ ਵਰਗੇ ਜਿਹੜੇ ਗੀਤ ਆ ਉਹਨਾਂ ਦੇ ਗੀਤਾਂ ਨੂੰ ਵਧਾਵਾ ਦਿੱਤਾ ਜਾਂਦਾ, ਜਾਂ ਸੁਰਿੰਦਰ ਕੌਰ ਦੇ ਗਾਏ ਗੀਤ ਜਿਹੜੇ ਹੈਗੇ ਆ, ਜਿਹੜੇ ਅਸਲੀ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਪੇਸ਼ ਕਰਦੇ ਆ। ਮੈਨੂੰ ਲੱਗਦਾ ਕਿ ਇਹਦੇ ਵਿੱਚ ਇਸੇ ਕਰਕੇ ਇਸ ਵੇਲੇ ਸਭ ਤੋਂ ਵੱਡਾ ਟਾਰਗੇਟ ਜਿਹੜਾ ਵਾ ਇਹ ਸਾਡਾ ਜਿਹੜਾ ਕਲਾਕਾਰ ਭਾਈਚਾਰਾ ਹੈਗਾ, ਜਾਂ ਜਿਹੜੇ ਨਵੇਂ ਮੁੰਡੇ ਯੰਗ ਸਿੰਗਰ ਉੱਠੇ ਆ, ਲੱਗਦਾ ਤੇ ਆ ਵੀ ਉਹ ਬਹੁਤ ਵੱਡੇ ਇਹਨਾਂ ਦੇ ਟਾਰਗੇਟ ਹੈਗੇ ਆ, ਵਨਰੇਬਲ ਆ। ਤੋ ਇਸ ਕਰਕੇ ਉਹਨਾਂ ਦਾ ਵੀ ਇਹ ਫਰਜ਼ ਬਣਦਾ ਹੈ, ਸਾਰਿਆਂ ਦਾ ਇਹ ਫਰਜ਼ ਬਣਦਾ ਵੀ ਇਹ ਹਿੰਮਤ ਮਾਰਨੇ ਪੰਜਾਬ ਦਾ ਮਸਲਾ ਹੈ, ਪੰਜਾਬ ਦੇ ਲੋਕਾਂ ਦਾ ਮਸਲਾ ਹੈ, ਔਰ ਬਹੁਤ ਵੱਡੀ ਤਰਾਸਦੀ ਪੰਜਾਬ ਦੇ ਨਾਲ ਹੋ ਚੁੱਕੀ ਆ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇੱਦਾਂ ਦੀ ਕੋਈ ਹੋਰ ਚੀਜ਼ ਜਿਹੜੀ ਮਾੜੀ ਘਟਨਾ ਨਾ ਸੁਣਨ ਨੂੰ ਮਿਲੇ, ਨਾ ਦੇਖਣ ਨੂੰ ਮਿਲੇ। ਬਿਲਕੁਲ ਜੀ, ਬਿਲਕੁਲ। ਸਿੱਕੋ ਸਾਹਿਬ, ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਇਹ ਚਰਚਾ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਧੰਨਵਾਦ।